ਦੇ ਪੱਖ ਤੋਂ ਕਰੰਟ ਅਫੇਅਰ ਦੀਆਂ ਕਿਹੜੀਆਂ ਨਿਊਜ਼ ਬਣਦੀਆਂ ਨੇ। ਪਹਿਲੀ ਨਿਊਜ਼ ਸਾਥੀਓ ਬਹੁਤ ਵਧੀਆ। ਕੀ ਨਿਊਜ਼ ਆ? ਅਸੀਂ ਦੇਖ ਰਹੇ ਹਾਂ ਕਿ ਭਾਰਤ ਦਾ ਪਹਿਲਾ ਫਸਟ ਸਮੋਕ ਸਟੇਟ ਘੋਸ਼ਿਤ ਕੀਤਾ ਗਿਆ। ਭਾਵ ਕਿਸੇ ਦੇਸ਼ ਨੇ, ਕਿਸੇ ਸਟੇਟ ਨੇ, ਆਪਣੇ ਭਾਰਤ ਨੇ ਆਪਣੇ ਆਪ ਨੂੰ ਕਿਹਾ ਕਿ ਫਸਟ ਸਮੋਕ ਫਰੀ ਸਟੇਟ। ਸਮੋਕ ਫਰੀ ਦਾ ਮਤਲਬ ਕੀ ਆ ਕਿ ਹੁਣ ਉਹ ਦੇਸ਼ ਦੇ ਵਿਚਕਾਰ ਦੇਸ਼ ਆ ਰਿਹਾ, ਸਟੇਟ ਦੇ ਵਿੱਚ ਕੋਈ ਵੀ ਜਿਹੜੀ ਸਿਗਰਟ ਆ ਜਾਂ ਫਿਰ ਕੋਈ ਬੀੜੀ ਆ, ਇਹ ਦੈਟ ਇਜ਼ ਕੀ ਆ ਨਹੀਂ ਵੇਚੀ ਜਾਵੇ। ਸਮਝੇ ਗੱਲ ਨੂੰ? ਤਾਂ ਪਹਿਲਾ ਸਟੇਟ ਭਾਰਤ ਦਾ ਕਿਹੜਾ ਬਣਿਆ ਜਿਹਨੇ ਆਪਣੇ ਸਟੇਟ ਦੇ ਵਿਚਕਾਰ ਬਿਲਕੁਲ ਕੋਈ ਸਿਗਰਟ ਬੀੜੀ ਜਿਹੜੀ ਕਿ ਧੂਆਂ ਕਰਦੀ ਹੋਵੇ ਉਹਨੂੰ ਦੈਟ ਇਜ਼ ਕੀ ਕਰਤਾ ਗਾ, ਬੰਦ ਕਰਤਾ ਗਿਆ। ਸਾਥੀਓ ਪਹਿਲਾ ਸਟੇਟ ਬਣਿਆ ਗਿਆ ਭਾਰਤ ਦਾ, ਇਟ ਇਜ਼ ਹਿਮਾਚਲ ਪ੍ਰਦੇਸ਼। ਤਾਂ ਹਿਮਾਚਲ ਪ੍ਰਦੇਸ਼ ਭਾਰਤ ਦਾ ਸਟੇਟ ਆ ਜਿੱਥੇ ਕੀ ਆ ਬਿਲਕੁਲ ਵੀ ਕੋਈ ਸਮੋਕ ਭਾਵ ਕੋਈ ਸਿਗਰਟ ਬੀੜੀ ਕੀ ਆ ਨਹੀਂ ਵੇਚੀ ਜਾਊ। ਕਾਰਨ ਕੀ ਆ ਕਿ ਆਪਣੇ ਲੋਕ ਆਪਣੇ ਜਦੋਂ ਸਾਰੀ ਆ ਤਾਂ ਕੋਈ ਲੋਕ ਜਾਂਦੇ ਨੇ ਪੰਜਾਬ ਤੋਂ, ਹਰਿਆਣਾ ਤੋਂ, ਯੂਪੀ ਤੋਂ, ਹੁਣ ਹਿਮਾਚਲ ਘੁੰਮਣ ਜਾਂਦੇ ਆ ਤਾਂ ਉੱਥੇ ਕਾਫੀ ਜ਼ਿਆਦਾ ਸਮੋਕਿੰਗ ਕਰਦੇ, ਜਿਹਦੇ ਨਾਲ ਉਹਦਾ ਵਾਤਾਵਰਨ ਦੈਟ ਇਜ਼ ਕੀ ਹੋ ਰਿਹਾ, ਕਾਫੀ ਵੱਧ ਰਿਹਾ, ਟੈਂਪਰੇਚਰ ਵੱਧ ਰਿਹਾ। ਤਾਂ ਲੋਕ ਜਾਂਦੇ ਕਾਹਦੇ ਵਾਸਤੇ ਸੀਗੇ? ਠੰਡ ਵਾਸਤੇ। ਭਾਈ ਮੌਸਮ ਠੰਡਾ ਹੋਊਗਾ, ਪਰ ਤੁਸੀਂ ਇਸ ਵਾਰ ਦੇਖਿਆ ਹੋਣਾ ਸ਼ਿਮਲਾ ਦਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਰਿਹਾ। ਸ਼ਿਮਲਾ ਲੋਕ ਘੁੰਮਣ ਜਾਂਦੇ ਨੇ ਪਰ ਟੈਂਪਰੇਚਰ ਬਹੁਤ ਹਾਈ ਰਿਹਾ, ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਵੀਡੀਓ ਉਹ ਅਟਰੈਕਟਿਵਨੈਸ ਸੀ ਵੀ ਭਾਈ ਲੋਕ ਠੰਡ ਵਾਸਤੇ ਆਉਂਦੇ ਨੇ, ਉਹ ਖਤਮ ਹੋ ਰਹੀ ਹੈ। ਤਾਂ ਹੁਣ ਦੇਖਦੇ ਹਾਂ ਸ਼ਿਮਲਾ ਨੇ ਕਿਹਾ ਵੀ ਭਾਈ ਅਸੀਂ ਕੀ ਕਰ ਰਹੇ ਹਾਂ ਸਮੋਕ ਫਰੀ ਸਟੇਟ ਕਿਆ ਕੁਛ ਸਾਹਮਣੇ ਗੱਲ। ਪਹਿਲਾ ਸਟੇਟ ਇਹ ਤੋਂ ਪਹਿਲਾਂ ਆਪਣਾ ਇੱਕ ਸਟੇਟ ਲੇਕਰ ਫਰੀ ਵੀ ਹੈਗਾ, ਧਿਆਨ ਰੱਖਣਾ ਲੇਕਰ ਫਰੀ ਵੀ ਹੈਗਾ। ਲੇਕਰ ਫਰੀ ਭਾਵ ਜਿੱਥੇ ਸ਼ਰਾਬ ਨਹੀਂ ਵੇਚੀ ਜਾ ਸਕਦੀ। ਸਮਝੇ ਗੱਲ ਨੂੰ? ਤਾਂ ਬਿਲਕੁਲ ਵੀ ਸ਼ਰਾਬ ਨਹੀਂ ਵੇਚੀ ਜਾ ਸਕਦੀ। ਦੱਸ ਸਕਦਾ ਕੋਈ ਕਿਹੜਾ ਸਟੇਟ ਆ ਭਾਰਤ ਜਿੱਥੇ ਲੇਕਰ ਫਰੀ ਹੈਗਾ, ਸ਼ਰਾਬ ਨਹੀਂ, ਕੋਈ ਠੇਕਾ ਨਹੀਂ ਸ਼ਰਾਬ ਦਾ, ਦੈਟ ਇਜ਼ ਕਿ ਕੋਈ ਸ਼ਰਾਬ ਨਹੀਂ ਵੇਚੀ ਜਾ ਸਕਦੀ। ਕਿਹੜਾ ਸਟੇਟ ਆ? ਮਾਰੋ ਕੋਈ ਤੁੱਕਾ। ਇਟ ਇਜ਼ ਹਾਂ ਬੋਲੋ। ਨੋ, ਇਟ ਇਜ਼ ਬਿਹਾਰ। ਧਿਆਨ ਰੱਖਣਾ ਬਿਹਾਰ ਕੀ ਹੈਗਾ? ਲਿਕਰ ਫਰੀ ਸਟੇਟ ਹੈ। ਧਿਆਨ ਰੱਖਣਾ, ਸਮਝੇ ਗੱਲ ਨੂੰ? ਬਿਹਾਰ ਦੇ ਵਿਚਕਾਰ ਬਿਲਕੁਲ ਵੀ ਦੈਟ ਇਜ਼ ਕਿ ਸ਼ਰਾਬ ਦੇ ਠੇਕੇ ਕਿਹਨੇ ਬੰਦ ਕੀਤੇ ਹੋਏ ਨੇ, ਕੋਈ ਸ਼ਰਾਬ। ਜੇਕਰ ਕੋਈ ਇਲੀਗਲ ਵੀ ਕੱਢਦਾ ਤਾਂ ਵੀ ਕਹਿਣ ਦਾ ਮਤਲਬ ਕੀ ਆ, ਉੱਥੇ ਬੈਨ। ਸਮਝੀ ਗੱਲ? ਤਾਂ ਬਿਲਕੁਲ ਸ਼ਰਾਬਬੰਦੀ ਹੈ ਕਿਹਦੇ ਵਿਚਕਾਰ? ਬਿਹਾਰ ਦੇ ਵਿੱਚ। ਧਿਆਨ ਰੱਖਣਾ ਹੈਗਾ ਦੋਨੇ ਗੱਲਾਂ। ਸਮੋਕ ਫਰੀ ਹੈਗਾ ਸਟੇਟ ਆਪਣਾ ਹਿਮਾਚਲ, ਤੇ ਬਿਹਾਰ ਕੀ ਹੈਗਾ? ਲਿਕਰ ਫਰੀ ਆ। ਸਮਝੇ? ਪਿੱਛੇ ਬਹੁਤ ਰੌਲਾ ਪਿਆ ਵੀ ਸੀ ਇਹਦਾ। ਸਮਝੇ? ਸਾਡੇ ਫੌਜੀ ਵਗੈਰਾ ਆਉਂਦੇ ਨਾ, ਉਹ ਕਹਿੰਦੇ ਵੀ ਯਾਰ ਬੰਦ ਕਰਤੀ, ਸਾਨੂੰ ਬਹੁਤ ਤੰਗ ਹੈ, ਸਾਡੇ ਵਾਸਤੇ ਓਪਨ ਕਰੋ। ਸਮਝੇ? ਚਲੋ, ਇੱਕ ਤਾਂ ਇਹ ਨਿਊਜ਼ ਆ ਪਹਿਲੀ। ਸੈਕਿੰਡ ਨਿਊਜ਼ ਵੱਲ ਵੱਧਦੇ ਹਾਂ ਸਾਥੀਓ। ਕੀ ਨਿਊਜ਼ ਆ? ਰਣਜੀ ਟਰੋਫੀ ਹੋ ਕੇ ਹਟੀ ਆ। ਮੈਂ ਤੁਹਾਨੂੰ ਪੜ੍ਹਾਇਆ ਵੀ ਸੀ ਕਿ ਰਣਜੀ ਟਰੋਫੀ ਕੀ ਹੈਗੀ? ਭਾਰਤ ਦੀ ਸਭ ਤੋਂ ਵੱਡੀ ਇੱਕ ਨੈਸ਼ਨਲ ਗੇਮ ਆ ਕ੍ਰਿਕਟ ਦੇ ਵਿਚਕਾਰ, ਟੂਰਨਾਮੈਂਟ ਆ, ਨੈਸ਼ਨਲ ਟੂਰਨਾਮੈਂਟ ਆ ਭਾਰਤ ਦਾ। ਤਾਂ ਸਾਥੀਓ ਪਹਿਲੀ ਵਾਰੀ ਇਹ ਰਣਜੀ ਟਰੋਫੀ ਜਿੱਤੀ ਆ 2022 ਦੀ ਮੱਧ ਪ੍ਰਦੇਸ਼। ਮੈਚ ਹੋਏ ਸੀਗੇ, ਫਾਈਨਲ ਮੈਚ ਹੋਇਆ ਸੀਗਾ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿੱਚ, ਜਿਹਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਇਸ ਸਾਲ ਦਾ ਜਿਹੜਾ ਰਣਜੀ ਇਹ ਕੀ ਜਿੱਤਿਆ? ਮੱਧ ਪ੍ਰਦੇਸ਼ ਜਿੱਤਿਆ। ਪਹਿਲੀ ਵਾਰੀ ਹੋਇਆ ਕਿ ਮੱਧ ਪ੍ਰਦੇਸ਼ ਨੇ ਰਣਜੀ ਟੂਰਨਾਮੈਂਟ ਕੀ ਆ ਜਿੱਤਿਆ। ਤਾਂ ਮੱਧ ਪ੍ਰਦੇਸ਼ ਸਟੇਟ ਪਹਿਲਾ ਸਟੇਟ ਬਣਿਆ, ਤਾਂ ਪਹਿਲੀ ਵਾਰੀ ਉਹਨੇ ਜਿੱਤੀ ਹੈ ਜੀ। ਇਹ ਅਲੱਗ-ਅਲੱਗ ਇੱਕ ਥਾਂ ਨਹੀਂ, ਜਿਵੇਂ ਇੰਡੀਆ 'ਚ ਅਲੱਗ-ਅਲੱਗ ਥਾਵਾਂ 'ਤੇ ਹੁੰਦੇ ਟੂਰਨਾਮੈਂਟ, ਕ੍ਰਿਕਟ ਦਾ ਟੂਰਨਾਮੈਂਟ ਆ। ਚੰਡੀਗੜ੍ਹ ਦੇ ਵਿਚਕਾਰ ਟੂਰਨਾਮੈਂਟ ਹੁੰਦੇ, ਨਾਲ ਦਿੱਲੀ 'ਚ ਹੁੰਦੇ, ਸਾਰੇ ਪਾਸੇ ਹੁੰਦੇ ਆ। ਤਾਂ ਆਪਣਾ ਕੁਐਸਚਨ ਇਹ ਆ ਕਿ ਇਹ ਰਣਜੀ ਮੈਚ ਟਰੋਫੀ ਕਿਹਨੇ ਜਿੱਤੀ ਹੈ ਇਸ ਵਾਰੀ? ਇਹ ਜਿੱਤੀ ਹੈ ਮੱਧ ਪ੍ਰਦੇਸ਼। ਦੂਜਾ ਕਰੰਟ ਅਫੇਅਰ ਹੈ। ਤੀਜਾ ਸਾਥੀਓ ਪਹਿਲੀ ਵਾਰ ਜਿੱਤਿਆ ਉਹ ਰਣਜੀ ਮੈਚ ਤਾਂ ਬਹੁਤ ਵਾਰੀ ਹੋ ਰਹੇ ਨੇ ਨਾ, ਪਰ ਮੱਧ ਪ੍ਰਦੇਸ਼ ਪਹਿਲੀ ਵਾਰੀ ਉਹ ਟੂਰਨਾਮੈਂਟ ਕੀ ਆ ਜਿੱਤਿਆ। ਸਮਝੇ ਗੱਲ ਨੂੰ? ਪਰ ਕੁਐਸਚਨ ਆਏ ਵੀ ਨਹੀਂ ਆਉਂਦਾ ਵੀ ਕ੍ਰਿਕਟ ਪਹਿਲੀ ਵਾਰੀ ਕੌਣ ਆ, ਕੁਐਸਚਨ ਉਹ ਵੀ ਇਸ ਸਾਲ ਦਾ ਕਿਹਨੇ ਜਿੱਤਿਆ, ਬਸ ਮੇਨ ਗੱਲ। ਤੀਜੇ ਸਾਥੀਓ ਕਰੰਟ ਅਫੇਅਰ ਵੱਲ ਵੱਧਦੇ ਆ। ਕੀ ਆ? ਤੁਹਾਨੂੰ ਪਤਾ ਕਿ ਕਾਫੀ ਹੈ ਤਾਂ ਪੋਲੀਟੀਕਲ ਗੱਲਾਂ ਘੱਟ ਪੁੱਛਣਗੇ, ਪਰ ਫਿਰ ਹੀ ਪਤਾ ਹੋਣਾ ਚਾਹੀਦਾ ਸਾਥੀਓ। ਰੀਸੈਂਟ 'ਚ ਮਹਾਰਾਸ਼ਟਰ ਦੀ ਗਵਰਨਮੈਂਟ 'ਚ ਕਾਫੀ ਕੁਝ ਹੋਇਆ, ਤਾਂ ਉੱਥੋਂ ਜਿਹੜੇ MLA, ਦੇਖੋ ਸਮਝਣ ਵਾਲੀ ਗੱਲ ਇਹ ਆ ਕਿ ਜਿਹੜਾ CM ਹੁੰਦਾ ਨਾ, ਉਹਨਾਂ ਚਿਰ ਹੀ ਚੀਫ ਮਿਨਿਸਟਰ ਰਹਿ ਸਕਦਾ ਜਿੰਨਾ ਚਿਰ ਉਹਦੇ MLAਆਂ ਦਾ ਉਹਨੂੰ ਕੀ ਹੋਵੇ, ਕੌਨਫੀਡੈਂਸ ਹੋਵੇ। MLA ਕਹਿਣ ਆਪਾਂ ਚੀਫ ਮਿਨਿਸਟਰ ਨਹੀਂ ਬਣਾਉਂਦੇ। ਸਮਝੇ ਗੱਲ ਨੂੰ? ਆਪਾਂ ਪ੍ਰਧਾਨ ਮੰਤਰੀ ਨਹੀਂ ਬਣਾਉਂਦੇ। ਆਪਾਂ ਕੀ ਬਣਾਉਣੇ ਆ? ਆਪਣੇ MP ਜਾਂ ਆਪਣੇ ਕੀ ਬਣਾਉਣੇ ਆ? MLA। ਪਰ ਉਹ MLA ਕਹਿਣਗੇ ਵੀ ਭਾਈ ਸਾਨੂੰ ਸਾਡਾ ਜਿਹੜਾ CM ਆ, ਚੀਫ ਮਿਨਿਸਟਰ ਕੌਣ ਹੋਣਾ ਚਾਹੀਦਾ? ਆਹ ਬੰਦਾ ਹੋਣਾ ਚਾਹੀਦਾ, ਇਹ ਬੰਦਾ ਹੋਣਾ ਚਾਹੀਦਾ। ਸਮਝੇ? ਜਿੰਨਾ ਚਿਰ ਉਹਨਾਂ ਦਾ ਕੌਨਫੀਡੈਂਸ ਆ ਉਹਨਾਂ ਚਿਰ ਹੀ ਉਹ CM ਰਹਿ ਸਕਦਾ। ਜੇਕਰ ਉਹਨਾਂ ਦਾ ਕੌਨਫੀਡੈਂਸ ਕੀ ਆ ਗਿਆ ਵੀ ਭਾਈ ਨਹੀਂ, ਹੁਣ ਸਾਨੂੰ ਇਹ ਮਨਜ਼ੂਰ ਨਹੀਂ,
ਮਹੀਨੇ ਬਾਅਦ 2 ਮਹੀਨੇ ਬਾਅਦ 4 ਮਹੀਨੇ ਬਾਅਦ 6 ਮਹੀਨਿਆਂ ਬਾਅਦ ਉਹ ਕਹਿ ਦੇਣ ਕਿ ਸਾਨੂੰ ਇਹ ਬੰਦਾ ਮਨਜ਼ੂਰ ਨਹੀਂ, ਤਾਂ ਉਹਨੂੰ ਕੀ ਦੇਣਾ ਪੈਂਦਾ ਗਾ? ਅਸਤੀਫਾ ਦੇਣਾ ਪੈਂਦਾ। ਧਿਆਨ ਕਰੋ, ਲੋਕ ਸੀਐਮ ਨਹੀਂ ਬਣਾਉਂਦੇ, ਆਪਾਂ ਹਮੇਸ਼ਾ ਐਮਐਲਏ ਬਣਾਉਂਦੇ। ਹੁਣ ਕਈ ਵਾਰੀ ਪਾਰਟੀਆਂ ਪਹਿਲਾਂ ਕਹਿ ਦਿੰਦੀਆਂ ਨੇ ਆਪਦੇ ਬੰਦੇ ਨੂੰ, ਭਾਈ ਜੇ ਸਾਡੀ ਪਾਰਟੀ ਦਾ ਤਾਂ ਪੱਕਾ ਹੀ ਹੈ ਵੀ ਭਾਈ ਜਦੋਂ ਐਮਐਲਏ ਜਿੱਤ ਕੇ ਆਵਾਂਗੇ ਸਾਡਾ ਆਹ ਬੰਦਾ ਬਣੋ, ਪਰ ਬਣਾਇਆ ਤਾਂ ਐਂਡ ਕਿਹਨਾਂ ਨੇ? ਐਮਐਲਏ ਨੇ ਹੀ ਬਣਾਇਆ। ਧਿਆਨ ਰੱਖਣਾ। ਚਲੋ ਸਾਥੀਓ, ਤਾਂ ਮਹਾਰਾਸ਼ਟਰ 'ਚ ਪਹਿਲਾਂ ਉਹਨਾਂ ਦੇ ਸੀਐਮ ਸੀਗੇ ਕੌਣ? ਉद्धਵ ਠਾਕਰੇ। ਉद्धਵ ਠਾਕਰੇ, ਪਰੰਤੂ ਇਹਨਾਂ ਦਾ ਇੱਕ ਸੈਕਸ਼ਨ ਸੀਗਾ, ਜਿਹੜੇ ਐਮਐਲਏ ਸੀ ਉਹਨਾਂ ਨੇ ਕਿਹਾ ਵੀ ਨਹੀਂ ਇਹ ਸਹੀ ਨਹੀਂ ਕੰਮ ਕਰ ਰਹੇ, ਸਹੀ ਨਹੀਂ ਕੰਮ ਕਰ ਰਹੇ, ਤਾਂ ਉਹ ਕੀ ਹੋ ਗਏ? ਬਾਗੀ ਹੋ ਗਏ। ਬਾਗੀ ਹੋ ਗਏ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਭਾਈ ਇਹ ਬੰਦਾ ਫਿੱਟ ਨਹੀਂ, ਤਾਂ ਹੁਣ ਉਹਨਾਂ ਨੇ ਇੱਕ ਨਵਾਂ ਸੀਐਮ ਕੀ ਆਪਣਾ ਦੈਟ ਇਜ਼ ਕੀ ਕੀਤਾ ਹੈਗਾ? ਅਪੁਆਇੰਟ ਕੀਤਾ। ਨਾਮ ਯਾਦ ਰੱਖਣਾ ਹੈਗਾ, ਇਟ ਇਜ਼ ਏਕਨਾਥ ਸ਼ਿੰਦੇ। ਏਕਨਾਥ ਸ਼ਿੰਦੇ। ਏਕਨਾਥ ਸ਼ਿੰਦੇ ਕੀ ਬਣੇ ਨੇ? ਮਹਾਰਾਸ਼ਟਰ ਦੇ ਨਵੇਂ ਕੀ ਬਣੇ ਨੇ? ਸੀਐਮ। ਤਾਂ ਕਰੰਟ ਅਫੇਅਰ ਦੀ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਹਾਲ ਹੀ ਦੇ ਵਿੱਚ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਕੌਣ ਬਣੇ ਨੇ? ਇਟ ਇਜ਼ ਏਕਨਾਥ ਸ਼ਿੰਦੇ। ਮਹਾਰਾਸ਼ਟਰ ਦੇ ਕੀ ਬਣੇ ਨੇ? ਨਵੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ। ਪ੍ਰਭਾਵ ਵੀ ਉਹ ਕੰਮ ਬਾਬਾ ਕਰਨਾ ਪਾ। ਅਗਲੀ ਨਿਊਜ਼ ਸਾਥੀਓ ਸਾਡੇ ਨਾ ਭਾਰਤ ਵਿੱਚ ਇੱਕ ਪੋਸਟ ਹੁੰਦੀ ਆ ਅਟਾਰਨੀ ਜਨਰਲ। ਅਟਾਰਨੀ ਜਨਰਲ ਬਹੁਤ ਹੀ ਵੱਡੀ ਪੋਸਟ ਆ, ਇੱਕ ਤਰੀਕੇ ਦਾ ਕੈਬਨਿਟ ਮੰਤਰੀ ਹੁੰਦਾ ਅਟਾਰਨੀ ਜਨਰਲ। ਹਾਲਾਂਕਿ ਲੋਕਾਂ ਦੁਆਰਾ ਵੋਟਾਂ ਪਾ ਕੇ ਨਹੀਂ ਚੁਣਿਆ ਜਾਂਦਾ, ਪਰੰਤੂ ਉਹਦਾ ਜਿਹੜਾ ਅਲਾਉਂਸਸ ਨੇ ਉਹ ਕੈਬਨਿਟ ਮਿਨਿਸਟਰ ਦੇ ਬਰਾਬਰ ਹੁੰਦੇ। ਦੱਸ ਸਕਦਾ ਕੌਣ ਹੁੰਦਾ ਅਟਾਰਨੀ ਜਨਰਲ? ਐਨੀਵਨ? ਕੀ ਪੋਸਟ ਅਟਾਰਨੀ ਜਨਰਲ ਦੀ? ਸਾਥੀਓ, ਅਟਾਰਨੀ ਜਨਰਲ ਸਰਕਾਰ ਦਾ ਵਕੀਲ ਹੁੰਦਾ। ਧਿਆਨ ਰੱਖਣਾ ਇਹ ਗੱਲ। ਅਟਾਰਨੀ ਜਨਰਲ ਕੀ ਹੁੰਦਾ ਹੈਗਾ? ਸਰਕਾਰ ਦਾ ਵਕੀਲ। ਆਪਣੇ ਕੋਲ ਕਿੱਡੀ ਵੱਡੀ ਪਾਵਰ ਆ, ਕਿੱਡੀ ਵੱਡੀ ਪਾਵਰ ਆ। ਜੇਕਰ ਸਰਕਾਰ ਕੁਝ ਗਲਤ ਕਰ ਰਹੀ ਆ ਤਾਂ ਅਸੀਂ ਸਰਕਾਰ ਦੇ ਵਿਰੁੱਧ ਵੀ ਕੀ ਕਰ ਸਕਦੇ ਹਾਂ? ਕੇਸ ਕਰ ਸਕਦੇ। ਤਾਂ ਹਿਊਮਨ ਰਾਈਟਸ ਦੇ ਦੈਟ ਇਜ਼ ਕੀ ਆ, ਜੇਕਰ ਸਾਡਾ ਕੋਈ ਕੀ ਹੋ ਰਿਹਾ ਫੰਡਾਮੈਂਟਲ ਰਾਈਟ ਵਾਇਓਲੇਟ ਹੋ ਰਿਹਾ ਜਾਂ ਸਾਨੂੰ ਕੋਈ ਪ੍ਰੋਬਲਮ ਨਹੀਂ, ਤਾਂ ਮੈਂ ਸਰਕਾਰ ਦੇ ਵਿਰੁੱਧ ਕੇਸ ਕਰ ਸਕਦਾ। ਹੁਣ ਸਰਕਾਰ ਦੇ ਵਿਰੁੱਧ ਕੇਸ ਕਰਤਾ, ਸਰਕਾਰ ਤਾਂ ਨਹੀਂ ਆਪਣਾ ਪੱਖ ਦੇਣ ਵਾਸਤੇ ਅੱਗੇ ਆਊਗੀ। ਕਹਿੰਦੇ ਨਹੀਂ ਮੋਦੀ ਜਾਊਗਾ ਵੀ ਭਾਈ ਮੈਂ ਇਹ ਕਹਿਣਾ ਚਾਹੁੰਦਾ ਸੀ, ਤਾਂ ਉਹਨੇ ਇੱਕ ਵਕੀਲ ਰੱਖਿਆ ਹੁੰਦਾ ਪੱਕਾ ਵੀ ਭਾਈ ਸਾਡੇ ਕੰਨੀਓ ਅਸੀਂ ਕੀ ਕਰ ਰਹੇ ਹਾਂ, ਅਸੀਂ ਸਹੀ ਕਰ ਰਹੇ ਹਾਂ ਜਾਂ ਗਲਤ ਕਰ ਰਹੇ ਹਾਂ, ਸਾਡੇ ਕੰਨੀਓ ਸਾਡਾ ਪੱਖ ਦੇਣ ਵਾਸਤੇ ਕੌਣ ਹੈਗਾ? ਸਾਡਾ ਬੰਦਾ ਸਰਕਾਰੀ ਵਕੀਲ ਆ। ਉਹਨੂੰ ਕਹਿੰਦੇ ਕੀ ਨੇ? ਅਟਾਰਨੀ ਜਨਰਲ। ਤਾਂ ਬਹੁਤ ਵੱਡਾ ਵਕੀਲ ਹੁੰਦਾ ਕਹਿਣ ਦਾ ਮਤਲਬ ਇਹ। ਤੇ ਇਹ ਪੋਸਟ ਆ ਜਿਹੜਾ ਬੰਦਾ ਅਟਾਰਨੀ ਜਨਰਲ ਬਣਦਾ ਉਹ ਇੱਕ ਤਰੀਕੇ ਦਾ ਕੈਬਨਿਟ ਮੰਤਰੀ ਆ ਬਹੁਤ ਵੱਡਾ। ਉਹਨੂੰ ਸਾਰੀਆਂ ਪਾਵਰਾਂ ਹੁੰਦੀਆਂ। ਉਹ ਲੋਕ ਸਭਾ 'ਚ ਵੀ ਜਾ ਸਕਦਾ, ਰਾਜ ਸਭਾ 'ਚ ਵੀ ਜਾ ਸਕਦਾ, ਆਪਣੇ ਗੱਲਾਂ ਕਹਿ ਸਕਦਾ, ਸੁਣ ਸਕਦਾ ਗਾ। ਜਿੰਨੀਆਂ ਪਾਵਰ ਕੈਬਨਿਟ ਮਿਨਿਸਟਰ ਕੋਲੇ ਹੁੰਦੀਆਂ ਨੇ ਤਾਂ ਵੱਡੇ ਮੰਤਰੀਆਂ ਕੋਲੇ ਹੁੰਦੀਆਂ ਨੇ, ਉਨੀ ਪਾਵਰ ਕਿਹਦੇ ਕੋਲੇ ਹੁੰਦੀ ਹੈ? ਅਟਾਰਨੀ ਜਨਰਲ। ਕਲੀਅਰ ਨਹੀਂ ਗੱਲ? ਤਾਂ ਅਗਲੀ ਗੱਲ ਸਾਥੀਓ, ਸਾਡੇ ਪਹਿਲਾਂ ਵਾਲੇ ਅਟਾਰਨੀ ਜਨਰਲ ਸੀਗੇ ਅਟਾਰਨੀ ਜਨਰਲ ਸੀਗੇ ਕੇ ਵੇਣੂਗੋਪਾਲ ਰਾਓ। ਕੇ ਵੇਣੂਗੋਪਾਲ ਰਾਓ। ਇਹਨਾਂ ਦਾ ਕਾਰਜਕਾਲ ਪੂਰਾ ਹੋ ਗਿਆ ਸੀ, ਪਰੰਤੂ ਦੁਬਾਰਾ ਤੋਂ ਇਹਨਾਂ ਨੂੰ ਦੁਬਾਰਾ ਅਸੀਂ ਰੀਅਪੁਆਇੰਟ ਕੀਤਾ ਗਿਆ ਭਾਰਤ ਦਾ ਅਟਾਰਨੀ ਜਨਰਲ। ਤਾਂ ਕੁਐਸਚਨ ਇਹ ਆਊਗਾ ਕਿ ਭਾਰਤ ਦਾ ਅਟਾਰਨੀ ਜਨਰਲ ਕਿਹਨੂੰ ਬਣਾਇਆ ਗਿਆ? ਹਾਲਾਂਕਿ ਇਹ ਬੰਦਾ ਪਹਿਲਾਂ ਲਈ ਆ ਪਰ ਦੁਬਾਰਾ ਰੀਅਪੁਆਇੰਟ ਕਰਤਾ। ਧਿਆਨ ਰੱਖਣਾ ਇਹ ਨਿਊਜ਼ ਦੇ ਵਿਚਕਾਰ। ਸਾਥੀਓ, ਅਗਲੀ ਜਿਹੜੀ ਨਿਊਜ਼ ਆ ਉਹ ਕੀ ਆ ਕਿ ਸਾਥੀਓ ਆਪਣੀ ਸਰਕਾਰ ਨਾ ਸੋਲਰ ਪਲਾਂਟ ਤੇ ਬਹੁਤ ਫੋਕਸ ਕਰ ਰਹੀ ਹੈ। ਸੋਲਰ ਪਲਾਂਟ ਤੇ ਕਾਫੀ ਫੋਕਸ ਕਰ ਰਹੀ ਹੈ। ਤਾਂ ਵੱਡੇ ਪੱਧਰ ਤੇ ਆਪਣੇ ਸੋਲਰ ਪਲਾਂਟ ਲੱਗ ਰਹੇ ਨੇ, ਤੁਹਾਨੂੰ ਪਤਾ ਲੱਗ ਰਿਹਾ ਹੋਣਾ। ਜਿਨੇ ਆਪਣੇ ਸਰਕਾਰੀ ਮਹਿਕਮਿਆਂ 'ਚ ਕਰਤਾ ਕਿ ਸਾਡੇ ਜਿੰਨੇ ਸਰਕਾਰੀ ਮਹਿਕਮੇ ਹੋਣਗੇ ਇਹ 100 ਦਾ 100% ਇਹ ਕਿਤੇ ਚੱਲਣਗੇ? ਸੋਲਰ ਸਿਸਟਮ। ਤਾਂ ਹੀ ਉੱਥੇ ਦੇਖੋ ਰੇਲਵੇ ਸਟੇਸ਼ਨ ਹੋਏ, ਜਿੰਨੇ ਸਰਕਾਰੀ ਅਦਾਰੇ ਹੋਏ, ਸਭ ਤੇ ਇੱਕ ਸੋਲਰ ਸਿਸਟਮ ਕੇ ਲਾਏ ਜਾ ਰਹੇ। ਹੁਣ ਹੋਰ ਅੱਗੇ ਵੱਧ ਗਏ। ਅੱਗੇ ਜਿੰਨੀਆਂ ਬੰਜਰ ਜ਼ਮੀਨਾਂ ਪਈਆਂ ਨੇ ਉਹ ਬੰਜਰ ਜ਼ਮੀਨ ਤੇ ਦੈਟ ਇਜ਼ ਕੀ ਲੱਗੂਗਾ? ਸੋਲਰ। ਸਮਝੇ ਗੱਲ ਨੂੰ? ਹੁਣ ਅੱਗੇ ਇੱਕ ਹੋਰ ਸਟੈਪ ਵੱਧ ਗਏ। ਜਿਹੜਾ ਕੋਈ ਮੰਨ ਲਾ ਕੋਈ ਤਲਾਬ ਪਿਆ ਵਾਧੂ ਜਾਂ ਕੋਈ ਝੀਲ ਪਈ ਆ ਵਾਧੂ, ਸਮਝੇ ਗੱਲ ਨੂੰ? ਯੂਜ਼ ਨਹੀਂ ਆ ਰਹੀ, ਤਾਂ ਉਹਦੇ ਤੇ ਕੀ ਕਰਵਾਉਣ ਲੱਗੇ? ਸੋਲਰ ਪਲਾਂਟ ਲਾਉਣੇ। ਤਾਂ ਇਹ ਜਿਹਾ ਪਹਿਲਾ ਸੋਲਰ ਫਲੋਟਿੰਗ ਭਾਵ ਤੈਰਦਾ ਹੋਇਆ। ਸਮਝੇ ਗੱਲ ਨੂੰ? ਇਹ ਕਿਉਂ ਤੈਰਦਾ ਹੋਇਆ? ਕਿਉਂਕਿ ਧੁੱਪ ਦੀ ਰੋਸ਼ਨੀ ਨਾ ਚੇਂਜ ਹੁੰਦੀ ਰਹਿੰਦੀ ਆ। ਤਾਂ ਜੇ ਫਿਕਸ ਲਾਵਾਂਗੇ ਤਾਂ ਦਿਨੇ ਤਾਂ ਧੁੱਪ ਵਧੀਆ ਪੈਂਦੀ ਆ, ਪਰ ਹੱਥ ਨੇ ਧੁੱਪ ਕੀ ਆ? ਘਟ ਜਾਂਦੀ ਆ। ਤਾਂ ਫਿਰ ਜੇ ਉਹਨੂੰ ਹੁਣ ਮੂਵ ਕਰਾ ਲਈਏ ਆਪਾਂ, ਜਿਵੇਂ ਜਦੋਂ ਧੁੱਪ ਜਾਂਦੀ ਆ ਉਵੇਂ ਮੂਵ ਕਰਾ ਲਾਂਗੇ,
ਤਾਂ ਸਾਨੂੰ ਕੀ ਮਿਲੂ, એનર્ਜੀ ਵੱਧ ਮਿਲੂਗੀ। ਤਾਂ ਅੱਜ ਕੱਲ੍ਹ ਅਸੀਂ ਸੋਲਰ ਫਲੋਟਿੰਗ ਪਾਵਰ ਪਲਾਂਟ ਲਾ ਰਹੇ ਹਾਂ। ਤਾਂ ਭਾਰਤ ਦਾ ਪਹਿਲਾ ਸੋਲਰ ਫਲੋਟਿੰਗ ਪਾਵਰ ਪਲਾਂਟ ਲੱਗਿਆ। ਆਹ ਗੱਲ ਯਾਦ ਰੱਖਣੀ ਆ, ਕਿਹੜੇ ਸਟੇਟ 'ਚ ਲੱਗਿਆ? ਇਹ ਲੱਗਿਆ ਸਾਥੀਓ ਤੇਲੰਗਾਨਾ ਦੇ ਵਿੱਚ। ਤਾਂ ਤੇਲੰਗਾਨਾ ਦੇ ਵਿਚਕਾਰ ਸਾਡਾ ਪਹਿਲਾ ਸੋਲਰ ਪਾਵਰ ਪਲਾਂਟ ਲੱਗਿਆ। ਹਾਲਾਂਕਿ ਹੈਦਰਾਬਾਦ ਰਾਜਧਾਨੀ ਆ, ਹੈਦਰਾਬਾਦ ਤੇਲੰਗਾਨਾ ਦੀ। ਉਹਦੇ ਕੋਲ ਕੋਈ ਪਿੰਡ ਹੈਗਾ ਦੈਟ ਇਜ਼ ਰੰਗ ਮਦਨ। ਇਹਨੂੰ ਯਾਦ ਰੱਖਣ ਦੀ ਲੋੜ ਨਹੀਂ ਪਿੰਡ ਨੂੰ, ਆਹ ਯਾਦ ਰੱਖਣਾ ਸ਼ਹਿਰ ਵੱਡਾ ਜਿਹੜਾ ਨੇੜੇ ਵੀ ਹੈਦਰਾਬਾਦ ਚੱਲ ਕੇ ਸਿੱਧੀ ਗੱਲ ਦੇ ਵਿਚਕਾਰ। ਤਾਂ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਵਿਚਕਾਰ ਭਾਰਤ ਦਾ ਪਹਿਲਾ ਫਲੋਟਿੰਗ ਪਾਵਰ ਪਲਾਂਟ ਕੀ ਆ ਲਾਇਆ। ਤਾਂ ਭਾਰਤ ਦਾ ਪਹਿਲਾ ਸੋਲਰ ਫਲੋਟਿੰਗ ਪਾਵਰ ਪਲਾਂਟ ਲੱਗ ਰਿਹਾ ਕਿੱਥੇ? ਤੇਲੰਗਾਨਾ। ਤੇਲੰਗਾਨਾ ਹੈ ਨਾ ਹੈਦਰਾਬਾਦ। ਹਾਂ, ਆ ਵੀ ਆ ਸਕਦਾ ਸਟੇਟ ਪੁੱਛਣਗੇ ਤਾਂ ਤੇਲੰਗਾਨਾ, ਜੇ ਸ਼ਹਿਰ ਪੁੱਛਿਆ ਤਾਂ ਅੱਗੇ ਵਧਦੇ ਸਾਥੀਓ ਕੋ ਪਹਿਲਾਂ ਵੀ ਗੱਲ ਕੀਤੀ ਸੀ। ਇੱਕ ਨਾ ਡਾਕੂਮੈਂਟਰੀ ਆ ਆਲ ਦੈਟ ਬਰੀਥਸ, ਆਲ ਦੈਟ ਬਰੀਥਸ। ਇਹ ਭਾਰਤ ਦੀ ਨਾ ਇੱਕ ਡਾਕੂਮੈਂਟਰੀ ਬਣਾਈ ਆ ਬੰਦੇ ਨੇ, ਜਿਹਦੇ ਵਿੱਚ ਵਾਤਾਵਰਨ ਨੂੰ ਲੈ ਕੇ, ਕਿ ਵਾਤਾਵਰਨ ਨੂੰ ਲੈ ਕੇ ਕਿਵੇਂ ਚੇਂਜਸ ਆ ਰਹੀਆਂ ਨੇ, ਤਾਂ ਕਿਵੇਂ ਅਸੀਂ ਵਾਤਾਵਰਨ ਨੂੰ ਸਾਂਭ ਸਕਦੇ ਹਾਂ। ਤਾਂ ਵਾਤਾਵਰਨ 'ਤੇ ਉਹਨੇ ਇੱਕ ਛੋਟੀ ਜਿਹੀ ਫਿਲਮ ਬਣਾਈ ਆ 10-15 ਮਿੰਟ। ਸਮਝੇ ਗੱਲ ਨੂੰ? ਬਹੁਤ ਹੀ ਜ਼ਿਆਦਾ ਅਵਾਰਡ ਜਿੱਤ ਰਹੀ ਆ। ਅਸੀਂ ਦੇਖਦੇ ਹਾਂ, ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਜਿਹਨਾਂ ਨੇ ਮੇਰੀ ਪਹਿਲਾਂ ਕਲਾਸ ਆਈ ਹੈ, ਕਿ ਬਹੁਤ ਹੀ ਵੱਡਾ ਅਵਾਰਡ ਆ ਕਾਂਸ ਫਿਲਮ ਫੈਸਟੀਵਲ। ਤਾਂ ਕਾਂਸ ਫਿਲਮ ਫੈਸਟੀਵਲ ਦੇ ਵਿਚਕਾਰ ਇਹਨੂੰ ਬੈਸਟ ਡਾਕੂਮੈਂਟਰੀ ਦਾ ਅਵਾਰਡ ਦਿੱਤਾ ਗਿਆ ਸੀ, ਕਿ ਬੈਸਟ ਡਾਕੂਮੈਂਟਰੀ ਆ ਇਨ ਵਰਲਡ, ਭਾਰਤ ਦੀ ਨਹੀਂ ਵਰਲਡ। ਤਾਂ ਉਵੇਂ ਸਾਥੀਓ ਹੋਰ ਬਹੁਤ ਸਾਰੇ ਅਵਾਰਡ ਕਿਹਨੂੰ ਦਿੱਤੇ ਗਏ ਨੇ। ਤਾਂ ਅਸੀਂ ਯਾਦ ਰੱਖਣਾ ਕਿ ਆਲ ਦੈਟ ਬ੍ਰੈਥਸ ਇੱਕ ਡਾਕੂਮੈਂਟਰੀ ਆ, ਸ਼ਾਰਟ ਫਿਲਮ ਆ। ਕੁਐਸਚਨ ਇਹ ਬਣਾਊਗਾ ਵੀ ਇਹਨੇ ਬਣਾਈ ਕਿਹਨੇ ਆ ਇਹ ਮੂਵੀ ਆਲ ਦੈਟ ਬ੍ਰੀਥਸ, ਕਿਹਨੇ ਬਣਾਈ? ਸਾਥੀਓ ਇਹਦਾ ਨਾਮ ਯਾਦ ਰੱਖਣਾ ਗਾ। ਆਲ ਦੈਟ ਬ੍ਰੀਥਸ ਬਣਾਈ ਆ ਸ਼ੌਨਕ ਸਿੰਘ। ਗੱਲ ਆ ਰੱਖਣੀ ਕਿ ਆਲ ਦੈਟ ਬ੍ਰੀਥਸ ਮੂਵੀ ਅੱਜ ਕੱਲ੍ਹ ਕਾਫੀ ਨਿਊਜ਼ ਚੱਲ ਰਹੀ ਹੈ। ਬਹੁਤ ਵਧੀਆ ਡਾਕੂਮੈਂਟਰੀ ਹੈ। ਤੁਸੀਂ ਫਰੀ ਹੋਗੇ ਜਾਂ ਟਾਈਮ ਕੱਢ ਕੇ ਇਹਨੂੰ ਜ਼ਰੂਰ ਦੇਖਣਾ। ਸ਼ਾਰਟ ਡਾਕੂਮੈਂਟਰੀ ਜ਼ਰੂਰ ਦੇਖਿਆ ਕਰੋ, ਕਿਉਂਕਿ ਅੱਜ ਕੱਲ੍ਹ ਬੁੱਕਸ ਪੜ੍ਹਨੋਂ ਹਟ ਗਿਆ ਆਪਾਂ। ਤਾਂ ਕੋਈ ਵਧੀਆ ਸਟੋਰੀਜ਼, ਵਧੀਆ ਡਾਕੂਮੈਂਟਰੀਜ਼ 15-20 ਮਿੰਟਾਂ ਦੀਆਂ ਆਉਂਦੀਆਂ ਨੇ, ਉਹ ਇੱਕ ਦੀ ਕਿਤਾਬ ਹੀ ਹੁੰਦੀਆਂ ਨੇ ਅੱਜ ਕੱਲ੍ਹ ਦੀ। ਸਮਝੇ ਗੱਲ ਨੂੰ? ਉਹਨੂੰ ਦੇਖੋ, ਸਿੱਖਣ ਨੂੰ ਬਹੁਤ ਕੁਝ ਮਿਲਦਾ। ਤਾਂ ਆਲ ਦੈਟ ਬ੍ਰੀਥਸ ਡਾਕੂਮੈਂਟਰੀ ਹੈਗੀ ਆ, ਇਹਨੂੰ ਕਾਫੀ ਅਵਾਰਡ ਮਿਲਦੇ ਨੇ। ਭਾਰਤ ਦੀ ਹੈ, ਧਿਆਨ ਇੰਡੀਆ ਦੀ ਆ, ਬਾਹਰਲੀ ਨਹੀਂ। ਤਾਂ ਇਹ ਬਣਾਈ ਕਿਹਨੇ? ਸ਼ੌਨਕ ਸਿੰਘ ਨੇ ਬਣਾਈ ਹੈ। ਕਾਫੀ ਨਿਊਜ਼ ਚੱਲ ਰਹੀ ਹੈ, ਪੇਪਰ ਪੁੱਛਣਾ ਜਾ ਸਕਦਾ ਵੀ ਇਹ ਡਾਕੂਮੈਂਟਰੀ ਕਿਹੜੀ। ਆਲ ਦੈਟ ਬ੍ਰੀਥਸ ਇਹ ਅਸਲ ਵਿੱਚ ਨਾ ਉਹਨੇ ਬਣਾਈ ਆ ਪੰਛੀਆਂ 'ਤੇ, ਕਿ ਪੰਛੀ ਮਰ ਰਹੇ ਨੇ, ਤਾਂ ਉਹ ਬੰਦੇ ਬੱਚੇ ਹੁੰਦੇ ਨੇ, ਉਹ ਹੁਣ ਪੰਛੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਕੀ ਕੰਮ ਕਰਦੇ ਨੇ? ਵਧੀਆ ਮੂਵੀ ਬਣਾਉਂਦੇ ਨੇ। ਗੁੱਡ, ਅੱਗੇ ਚੱਲਦੇ ਸਾਥੀਓ। ਅਗਲਾ ਕੁਐਸਚਨ ਆ, ਇੱਕ ਨਾ ਦੁਨੀਆ ਦੀ ਇੱਕ ਰੈਂਕਿੰਗ ਹੁੰਦੀ ਹੈ, ਦੁਨੀਆ ਦੀ ਇੱਕ ਰੈਂਕਿੰਗ ਆ, ਉਹਨੂੰ ਕਹਿੰਦੇ ਨੇ ਗੋਲਡ ਸਟੈਂਡਰਡ ਕੈਟੇਗਰੀ। ਦੁਨੀਆ ਦੀ ਇੱਕ ਰੈਂਕਿੰਗ ਆ ਗੋਲਡ ਸਟੈਂਡਰਡ ਕੈਟੇਗਰੀ। ਪਹਿਲੀ ਗੱਲ ਤੇ ਰੈਂਕਿੰਗ ਕਾਹਦੀ ਆ ਸਾਥੀਓ? ਬੈਸਟ ਸ਼ਹਿਰ ਕਿਹੜੇ ਨੇ ਜਿੱਥੇ ਦੈਟ ਇਜ਼ ਕੀ ਰਿਹਾ ਜਾ ਸਕਦਾ, ਜਿੱਥੇ ਸਾਰੀਆਂ ਤਰ੍ਹਾਂ ਦੀਆਂ ਸੁਵਿਧਾਵਾਂ ਮਿਲਣ, ਉਹਨੂੰ ਇੱਕ ਰੈਂਕਿੰਗ ਮਿਲਦੀ। ਸਮਝੇ ਗੱਲ ਨੂੰ? ਤਾਂ ਕੋਈ ਬੈਸਟ ਸ਼ਹਿਰ ਕਿਹੜਾ ਜਿੱਥੇ ਰਿਹਾ ਜਾ ਸਕਦਾ, ਜਿੱਥੇ ਸਾਰੀਆਂ ਸਹੂਲਤਾਂ ਨੇ, ਜਿੱਥੇ ਰਹਿਣ ਦਾ ਪ੍ਰਬੰਧ ਬਹੁਤ ਵਧੀਆ ਹੈਗਾ, ਬੰਦਿਆਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ। ਤਾਂ ਇੱਕ ਰੈਂਕਿੰਗ ਆਈ ਆ ਉਹਦੀ, ਉਹ ਰੈਂਕਿੰਗ ਦਾ ਨਾਂ ਕੀ ਆ? ਗੋਲਡ ਸਟੈਂਡਰਡ ਕੈਟੇਗਰੀ। ਕੁਐਸਚਨ ਦੋ ਬਣਨਗੇ, ਇੱਕ ਤਾਂ ਦੁਨੀਆ ਦਾ ਸਭ ਤੋਂ ਬੈਸਟ ਸ਼ਹਿਰ ਕਿਹੜਾ ਜਿੱਥੇ ਰਿਹਾ ਜਾ ਸਕਦਾ, ਉਹਨੂੰ ਰੈਂਕਿੰਗ ਦਿੱਤੀ ਹੋਊਗੀ। ਦੁਨੀਆ ਦਾ ਬੈਸਟ ਸ਼ਹਿਰ ਹੈਗਾ ਸਾਥੀਓ, ਉਹ ਹੈਗਾ ਸਿੰਗਾਪੁਰ। ਇਹਦੇ ਵਿੱਚ ਸਿੰਗਾਪੁਰ ਬੈਸਟ ਸ਼ਹਿਰ ਆ ਕਿਹਦੇ ਲਈ ਰਹਿਣ ਵਾਸਤੇ? ਸਿੰਗਾਪੁਰ ਸ਼ਹਿਰ ਵੀ ਆ, ਦੇਸ਼ ਵੀ ਆ, ਤੇ ਰਾਜਧਾਨੀ ਵੀ ਆ। ਸ਼ਹਿਰ ਹੀ ਦੇਸ਼ ਆ, ਦੇਸ਼ ਹੀ ਰਾਜਧਾਨੀ। ਰਾਜਧਾਨੀ ਵੀ ਸਿੰਗਾਪੁਰ ਹੀ ਆ, ਦੇਸ਼ ਵੀ ਸਿੰਗਾਪੁਰ ਹੀ ਆ, ਤੇ ਸ਼ਹਿਰ ਵੀ ਸਿੰਗਾਪੁਰ। ਜਿਵੇਂ ਦਿੱਲੀ ਹੋਵੇ, ਦਿੱਲੀ ਲਾਗੇ ਇੱਕ ਦੇਸ਼ ਹੀ ਹੋਵੇ, ਤਾਂ ਦਿੱਲੀ ਸ਼ਹਿਰ ਵੀ ਆ, ਰਾਜਧਾਨੀ ਵੀ ਆ, ਦੇਸ਼ ਵੀ ਆ, ਸਿੰਗਾਪੁਰ ਆਏ। ਸਭ ਤੋਂ ਵਧੀਆ ਸ਼ਹਿਰ ਕਿਹੜਾ ਹੈ? ਸਿੰਗਾਪੁਰ। ਇੰਡੀਆ 'ਚੋਂ ਸਾਥੀਓ ਸਭ ਤੋਂ ਬੈਸਟ ਜਿਹੜਾ ਸਿਟੀ ਕੱਢੀ ਗਈ ਆ, ਉਹ ਕੱਢੀ ਗਈ ਹੈ ਬੈਂਗਲੁਰੂ। ਇੰਡੀਆ ਦੀ ਕਿਹੜੀ ਹੈ? ਬੈਂਗਲੁਰੂ। ਤਾਂ ਧਿਆਨ ਰੱਖਣਾ, ਬੈਂਗਲੌਰ ਸਿਟੀ ਭਾਰਤ ਦੀ ਸਭ ਤੋਂ ਵਧੀਆ ਸਿਟੀ ਆ ਰਹਿਣ ਵਾਸਤੇ। ਤਾਂ ਸਾਰੇ ਤਰ੍ਹਾਂ ਦੀਆਂ ਸਹੂਲਤਾਂ, ਸਾਰੇ ਤਰ੍ਹਾਂ ਦੀਆਂ ਫੈਸਿਲਿਟੀ ਸਾਨੂੰ ਬੈਂਗਲੌਰ ਦੇ ਵਿੱਚ ਕਰਕੇ ਦੇਖਣ ਨੂੰ ਮਿਲਦੀਆਂ।
ਨੈਕਸਟ ਕੁਐਸਚਨ ਸਾਥੀਓ, ਇੱਕ ਸ਼ਹਿਰ ਹੈ ਬਹੁਤ ਹੀ ਫੇਮਸ, औरंगाबाद। औरंगाबाद शहर बहुत वधिया। किहड़े स्टेट च आउंदा औरंगाबाद? शाबाश। औरंगाबाद शहर महाराष्ट्र का, पर हाल ही विच इहदा नाम बदलता, हाल ही विच इहदा नाम चेंज किया गया। क्वेश्चन आउ कि औरंगाबाद का नाम बदल के नवा नाम की रखा गया? साथियों, औरंगाबाद का नाम बदल के संभाजी नगर। संभाजी मराठियां के बहुत बड़े राजे हुए ने, तो औरंगाबाद का नाम की रखता संभाजी। औरंगाबाद को हुण की कहा गया? संभाजी नगर है। हाँ हाँ चढ़ गया। तो औरंगाबाद का नाम आ वो की बन गया? संभाजी नगर बन गया। गुड। अगे चल जाती हो। दुनिया ने एक संस्था बनी हुई है जिहदा नाम है फाटफ। दुनिया की एक संस्था बनी हुई है जिहदा नाम की है? फाटफ। FAT है। सब तो पहला तुहानूं इहदा पूरा नाम पता होना चाहिए फाटफ का, बहुत पेपर में क्वेश्चन आया। फाटफ का पूरा नाम है फाइनेंशियल एक्शन, फाइनेंशियल एक्शन फॉर टास्क फोर्स। फाटफ का पूरा नाम की है? फाइनेंशियल एक्शन फॉर टास्क फोर्स, फाइनेंशियल एक्शन फॉर टास्क फोर्स, फाइनेंशियल एक्शन फॉर टास्क फोर्स। फाटफ का पूरा नाम की है? फाइनेंशियल एक्शन फॉर टास्क, फाइनेंशियल एक्शन फॉर टास्क। साथियों की है फाटफ की है? और समझने की कोशिश करते हैं। साथियों, भारत कोई बंदा बैठा, कोई बंदा बहुत ही अमीर बंदा, जाता वो बचन वास्ते टैक्स तो कि मेरे ते की टैक्स ना पै जाए, तो अपना रुपया जान बुझ के कितने लाऊगा? वो देशों जिथे टैक्स वगैरह का पता नहीं लग सकता भी रुपया कितने लगता। लेकिन ये गल बहुत सारे बंदे ये होंगे ने भी कंपनी के रुपये बचाने वास्ते जी टैक्स जाऊगा सरकार का, अभी जान बुझ के किसी होर देश च रुपया ला समझे गल, ताकि किसी पता नहीं लगे कि मैं रुपया लाया कि नहीं लाया। तो ब्लैक मनी हो गई एक तरीके की। तो देशों जी ब्लैक मनी बनती आ, एक देश तो दूजे देश च ब्लैक मनी जाती है, उन्होंने रोकने वास्ते, काले धन रोकने वास्ते दुनिया की एक संस्था बनी हुई है, दैट इज समझे। ਜਾਂ ਜਿਹੜਾ ਇਹ ਬਲੈਕ ਮਨੀ ਦਾ ਰੁਪਈਆ ਆਉਂਦਾ ਇਹੀ ਕੋਈ ਅੱਤਵਾਦੀ ਕੰਮਾਂ ਕਰਨ ਵਾਸਤੇ, ਕੋਈ ਹਥਿਆਰ ਖਰੀਦਣ ਵਾਸਤੇ, ਠੀਕ ਹੈ, ਕੋਈ ਵਿਸਫੋਟ ਕਰਨ ਵਾਸਤੇ ਇਹੀ ਰੁਪਈਆ ਕੀ ਕੀਤਾ ਯੂਜ਼ ਕੀਤਾ। ਇੱਕ ਨੰਬਰ ਦੇ ਰੁਪਈਏ ਦਾ ਪਤਾ ਲੱਗ ਜਿਵੇਂ ਰੁਪਈਆ ਕਿੱਧਰ ਨੂੰ ਗਿਆ ਗਾ, ਤਾਂ 2 ਨੰਬਰ ਦਾ ਰੁਪਈਆ ਇਹੀ ਕੀ ਯੂਜ਼ ਕੀਤਾ ਜਾਂਦਾ ਇਹ ਕੰਮਾਂ 'ਚ। ਤਾਂ 2 ਨੰਬਰ ਦੇ ਰੁਪਈਏ ਨੂੰ ਫੜਨ ਵਾਸਤੇ ਦੁਨੀਆ ਦੀ ਇੱਕ ਸੰਸਥਾ ਕੀ ਬਣੀ ਹੋਈ ਹੈ? ਫਾਟਕ। ਸਮਝੇ ਗੱਲ ਨੂੰ? ਹੁਣ ਇਹ ਨਿਊਜ਼ 'ਚ ਕਿਉਂ ਨਿਊਜ਼ 'ਚ ਇਹਦਾ ਮੁਖੀ ਬਦਲ ਗਿਆ, ਤਾਂ ਕਰਕੇ ਨਿਊਜ਼ 'ਚ ਇੱਕ ਤਾਂ ਕੁਐਸਚਨ ਆਇਆ ਰੱਖਣਾ ਕਿ ਫਾਟਕ ਦਾ ਪੂਰਾ ਨਾਮ ਕੀ ਹੈ, ਦੂਜਾ ਕੁਐਸਚਨ ਦਾ ਮੁਖੀ ਬਦਲਿਆ ਗਾ, ਇਹਦੇ ਮੁਖੀ ਦਾ ਨਾਮ ਯਾਦ ਰੱਖਣਾ, ਇਟ ਇਜ਼ ਟੀ ਰਾਜਾ ਕੁਮਾਰ। ਟੀ ਰਾਜਾ ਕੁਮਾਰ ਇਹਦੇ ਮੁਖੀ ਬਣੇ ਨੇ ਦੁਨੀਆ ਦੇ। ਅਗਲੀ ਗੱਲ, ਟੀ ਰਾਜਾ ਕੁਮਾਰ ਸਾਥੀਓ ਭਾਰਤ ਦੇ ਨਹੀਂ ਹੈਗੇ, ਇਹ ਬਿਲੋਂਗ ਕਰਦੇ ਨੇ ਸਿੰਗਾਪੁਰ। ਯਾਦ ਰੱਖਣਾ, ਸਿੰਗਾਪੁਰ ਤੋਂ ਨੇ ਟੀ ਰਾਜਾ ਕੁਮਾਰ। ਟੀ ਰਾਜਾ ਕੁਮਾਰ ਸਿੰਗਾਪੁਰ ਤੋਂ ਨੇ। ਇਹਨਾਂ ਨੂੰ ਇਹ ਫਾਟਕ ਸੰਸਥਾ ਦਾ ਕੀ ਬਣਾਇਆ ਗਿਆ ਹੈਗਾ? ਮੁਖੀ ਬਣਾਇਆ। ਫਾਟਕ ਸੰਸਥਾ ਦਾ ਪੂਰਾ ਨਾਮ फाइनेंशियल एक्शन फॉर टास्क फोर्स। फाटक का पूरा नाम फाइनेंशियल एक्शन फॉर टास्क फोर्स। हाँ बस एक वर्ड पूछेंगे, वो कहेंगे फाटक तो दसो स्टार्टिंग वाली एफ का कीमत, 4 ऑप्शन देंगे। कुछ नहीं होता, लाइन बनाऊंगी नहीं, बस जब तुम 2 ही क्वेश्चन बनते तो फाटक का पूरा नाम की है या फिर की है। ऐ क्वेश्चन नहीं बनते की काम करती, ऐ क्वेश्चन नहीं करती उत्थे MCQ नहीं बना सकते एडा बड़ा आला। चलो अगे चलते साथियों, अगली न्यूज़ बहुत वधिया न्यूज़ एक तरीके ना साथियों। GST तुहानूं पता कि साडे भारत में नवा सिस्टम लग्या GST। पहला टैक्स जिहड़े लगदे सी अलग अलग सिस्टम हुंदा सीगा, हरेक चीज़ का टैक्स वक्खो वक्खरा हुंदा सी। GST माड़ा समझ कि GST की है,
ਪੁਰਾਣੇ ਸਮੇਂ 'ਚ ਨਾ ਜਦੋਂ ਵੀ ਕੋਈ ਸਮਾਨ ਪੈਦਾ ਹੁੰਦਾ ਸਰਕਾਰ ਇਕੱਲੇ ਸਮਾਨ ਦਾ ਦੱਸਦੀ ਵੀ ਭਾਈ ਮੰਨ ਲਾ ਇਹ ਚੀਜ਼ ਆ, ਮੰਨ ਲਾ ਕਾਪੀ ਆ, ਕਾਪੀ ਤੇ ਅਸੀਂ ਕੀ ਟੈਕਸ ਲਾਵਾਂਗੇ 5% ਲਾਵਾਂਗੇ, ਪੈਨਾਂ ਤੇ ਅਸੀਂ ਕੀ ਟੈਕਸ ਲਾਵਾਂਗੇ 10% ਲਾਵਾਂਗੇ, ਅਸੀਂ ਮੰਨ ਲਓ ਤੁਹਾਡੇ ਕੋਲ ਕੀ ਆ ਮਾਰਕਰ ਆ, ਮਾਰਕਰ ਤੇ ਅਸੀਂ 2% ਟੈਕਸ ਲਾਵਾਂਗੇ, ਸਿਗਰਟ ਆ ਸ਼ਰਾਬ ਆ ਉਹ ਤੇ ਅਸੀਂ 40% ਟੈਕਸ ਲਾਵਾਂਗੇ, ਪੈਟਰੋਲ ਆ ਉਹ ਤੇ ਅਸੀਂ ਕੀ ਲਾਵਾਂਗੇ ਅਲੱਗ ਟੈਕਸ ਲਾਵਾਂਗੇ। ਸਿਸਟਮ ਇਹ ਚੱਲਦਾ ਸੀ। ਬਹੁਤ ਤਰ੍ਹਾਂ ਟੈਕਸ ਲੱਗਦੇ ਸੀਗੇ, ਜਿਵੇਂ ਕਿ ਐਕਸਾਈਜ਼ ਟੈਕਸ ਹੋ ਗਿਆ, ਜਿਵੇਂ ਕਿ ਕਸਟਮ ਡਿਊਟੀ ਟੈਕਸ ਹੋ ਗਿਆ, ਜਿਵੇਂ ਕਿ ਵੈਟ ਵੈਲਿਊ ਐਡਡ ਟੈਕਸ ਹੋ ਗਿਆ। ਤਾਂ ਬਹੁਤ ਸਾਰੇ ਤਰ੍ਹਾਂ ਟੈਕਸ ਲੱਗਦੇ ਸਾਥੋਂ। ਸਟੇਟਾਂ ਆਪਣਾ ਟੈਕਸ ਵੱਖਰਾ ਲਾਉਂਦੀਆਂ ਤੇ ਸੈਂਟਰ ਆਪਣਾ ਟੈਕਸ ਵੱਖਰਾ। ਮੰਨ ਲਓ ਕਿ ਪੈਨ ਲਿਆਇਆ ਤਾਂ ਇਹਦੇ ਤੇ ਸੈਂਟਰ ਦਾ ਟੈਕਸ ਕੀ ਸੀ ਵੱਖਰਾ, ਸਟੇਟ ਦਾ ਟੈਕਸ ਕੀ ਸੀਗਾ ਵੱਖਰਾ। ਸਮਝੇ? ਹੁਣ ਦਿੱਕਤ ਕੀ ਆਈ, ਮੰਨ ਲਓ 5 ਰੁਪਏ ਦਾ ਪੈਨ ਆ, ਹੁਣ ਪਹਿਲੀ ਗੱਲ ਤਾਂ ਇਹ ਦਿੱਕਤ ਵੀ ਭਾਈ ਇਹ ਕਿੰਨੇ ਰੁਪਏ ਦਾ ਹੈ, ਸੈਂਟਰ ਕੋ ਮੇਰੇ ਅੱਧਾ ਰੁਪਇਆ ਮੇਰਾ ਹੈ, ਸਮਝੇ ਗੱਲ। ਫਿਰ ਸਟੇਟ ਕਹੂਗੀ ਅੱਧਾ ਰੁਪਇਆ ਕੀ ਹੈਗਾ ਮੇਰਾ, ਵੀ ਵੰਡ ਲੈਣਾ। ਹੁਣ ਬਾਅਦ ਨੂੰ ਇਕੱਠਾ ਕਰਨ 'ਚ ਪ੍ਰੋਬਲਮ ਆਉਂਦੀ ਸੀ ਵੀ ਹੁਣ ਭਾਈ ਵੰਡੋ ਕਿਵੇਂ ਵੰਡਾਂਗੇ ਅੱਧੇ ਰੁਪਏ, ਤਾਂ ਲੱਗੇ ਵੀ ਸਿਸਟਮ ਵਧੀਆ ਨਹੀਂ, ਸਾਡੇ ਭਾਰਤ ਦਾ ਸਿਸਟਮ ਚੱਲੇ ਜਾਂਦਾ। ਤਾਂ ਉਹਨੂੰ ਖਤਮ ਕਰਨ ਵਾਸਤੇ ਸਿਸਟਮ ਲੈ ਕੇ ਆਏ GST ਦਾ ਪੁਰਾਣਾ ਮੈਂ ਰੱਖਣਾ, ਇਟ ਇਜ਼ ਅ ਗੁਡਸ ਐਂਡ ਸਰਵਿਸ टैक्स, गुड्स एंड सर्विस टैक्स। GST का पूरा नाम क्या है, गुड्स एंड सर्विस टैक्स। तीजा क्वेश्चन मारता है कदों लागू होया भारत में। साथियों इहनूं लागू किया गया सीगा 1 जुलाई 2017। 1 जुलाई 2017 ਦੇ ਵਿੱਚ ਸਾਡੇ ਭਾਰਤ ਵਿੱਚ GST लागू ਕੀਤਾ ਗਿਆ। ਹਾਲਾਂਕਿ ਹੁਣ ਇਹ क्वेश्चन ਪੁੱਛਦਾ ਨਹੀਂ, ਪਹਿਲਾਂ ਇਹ ਬਹੁਤ ਪੇਪਰਾਂ 'ਚ ਆ ਗਿਆ ਵੀ ਕਦੋਂ लागू ਹੋਇਆ, ਪਰ ਆਪਾਂ ਨੂੰ ਫੇਰ ਹੀ ਪਤਾ ਹੁੰਦਾ ਜਾਂਦਾ ਕਿ 1 ਜੁਲਾਈ 2017 ਚ GST ਨੂੰ ਲਾਗੂ ਕੀਤਾ। ਹੁਣ ਕੁਐਸਚਨ ਇਹ ਵੀ ਹੁਣੇ ਕਿਉਂ ਮੈਂ ਪੜ੍ਹਾ ਰਿਹਾ ਤੁਹਾਨੂੰ, ਪਹਿਲੀ ਗੱਲ ਤਾਂ ਚਲੋ ਥੋੜਾ ਹੋਰ ਸਮਝਦੇ ਹਾਂ। ਹੁਣ ਇਹਨਾਂ ਨੇ ਸਿਸਟਮ ਕਰਤਾ, ਹੁਣ ਕਰਤਾ ਵੀ ਨਹੀਂ ਸਟੇਟ ਕੋਈ ਤੈਅ ਨਹੀਂ ਕਰੂਗੀ, ਸਟੇਟ ਦਾ ਕੰਮ ਨਹੀਂ ਹੈਗਾ ਕੀ। ਪਹਿਲੀ ਗੱਲ ਤਾਂ ਸੈਂਟਰ ਤੈਅ ਕਰੂ ਵੀ ਕੀ ਰੁਪਏ ਲਾਉਣੇ, ਉਹ ਵੀ ਹੁਣ ਆਏ ਨੇ ਕਿ ਕੱਲੀ ਚੀਜ਼ ਅਸੀਂ ਕੈਟੇਗਰੀ ਬਣਾਤੀ 0%, 5%, 12%, 18% ਤੇ 32%। 5 ਕੈਟੇਗਰੀਆਂ ਬਣਾ ਦਿੱਤੀ ਵੀ ਇਹ ਤੋਂ ਇਲਾਵਾ ਹੋਰ ਨਹੀਂ ਕੋਈ ਅਗਰ 4% ਟੈਕਸ ਨਹੀਂ ਲਾ ਸਕਦਾ, ਜਾਂ ਤਾਂ ਲੱਗੂ 0% ਵੀ ਟੈਕਸ ਲੱਗਦੇ ਨੇ, ਜਿਵੇਂ ਕਿ ਜਿਹੜੇ ਲੰਗਰ ਲੱਗਦੇ ਨੇ, ਜਿਹੜਾ ਲੰਗਰਾਂ ਵਾਲਾ ਸਮਾਨ ਹੁੰਦਾ ਉਹਦੇ ਕੋਈ ਟੈਕਸ ਨਹੀਂ 0%। ਹੋਰ ਬਹੁਤ ਸਾਰੀ ਚੀਜ਼ਾਂ ਐਸੈਂਸ਼ੀਅਲ ਚੀਜ਼ਾਂ ਨੇ ਸਾਨੂੰ ਬਹੁਤ ਜ਼ਰੂਰੀ ਨੇ, ਸਰਕਾਰ ਦੇ ਟੀਮ ਲਾਉਂਦੀ ਟੈਕਸ ਨਹੀਂ ਲਾਉਂਦੀ। ਫਿਰ 5% ਦੇ ਅੱਗੇ ਚੀਜ਼ਾਂ, ਫਿਰ 12 ਤੇ ਫਿਰ 18 ਤੇ ਫਿਰ ਕੀ ਹੈਗਾ 32। ਇਹ ਸੈਂਟਰ ਤੈਅ ਕਰੂ ਵੀ ਕੀ ਤੇ ਲਾਉਣਾ ਕੀ ਤੇ ਟੈਕਸ ਨਹੀਂ ਲਾਉਣਾ, ਕਿੰਨਾ ਲਾਉਣਾ, ਸਟੇਟ ਦਾ ਕੰਮ ਕਰਨਾ। ਹੁਣ ਜਿੰਨਾ ਰੁਪਇਆ ਇਕੱਠਾ ਕਰੂਗਾ ਤਾਂ ਸਟੇਟ ਉਹ ਰੁਪਏ ਚੋਂ ਪੱਕੀ ਵੈਲਿਊ ਫਿਕਸ ਵੈਲਿਊ ਕਿਹਨੂੰ ਦੇਦਾ ਕਰੂਗੀ, ਸਟੇਟਾਂ ਨੂੰ ਦੇ ਦੇ। ਤਾਂ ਸਟੇਟ ਦਾ ਕੰਮ ਕੀ ਹੋ ਗਿਆ, ਖਤਮ ਹੋ ਗਿਆ ਕਿ ਨਹੀਂ। ਤਾਂ ਇਕੱਠਾ ਰੁਪਇਆ ਆਊਗਾ, ਪਹਿਲਾ ਰੁਪਇਆ ਪਹਿਲਾਂ ਰੌਲਾ ਸੀਗਾ ਵੀ ਸੈਂਟਰ ਸਾਨੂੰ ਸਟੇਟ ਸਾਨੂੰ, ਹੁਣ ਕਰਦਾ ਵੀ ਨਹੀਂ ਸਟੇਟ ਦਾ ਕੰਮ ਹੀ ਨਹੀਂ, ਅਸੀਂ ਟੈਕਸ ਇਕੱਠਾ ਕਰਾਂਗੇ, ਤੁਹਾਨੂੰ ਇੱਕ ਫਿਕਸ ਰਕਮ ਤੁਹਾਡੀ ਕਿੰਨੀ ਬਣਦੀ ਆ, ਅਸੀਂ ਤੁਹਾਨੂੰ ਹਰੇਕ ਸਟੇਟ ਨੂੰ ਕੀ ਉਹ ਰਕਮ ਕੀ ਕਰਦੇ ਕਰਾਂਗੇ ਪੂਰਾ ਕਰ। ਇਹਦੇ ਨਾਲ ਜਿਹੜਾ ਬਹੁਤ ਜ਼ਿਆਦਾ ਬੰਦੇ ਰੱਖਣੇ ਪੈਂਦੇ ਸੀਗੇ, ਬਹੁਤ ਖੱਜਲ ਖਵਾਰੀ ਸੀ, ਕਰਪਸ਼ਨ ਬਹੁਤ ਹੁੰਦੀ ਸੀ, ਉਹ ਕਰਪਸ਼ਨ ਕੀ ਹੋਈ ਹੈ ਦੂਰ। ਸਮਝ ਗੱਲ ਦੀ। ਤਾਂ ਧਿਆਨ ਰੱਖਣਾ ਕਿੰਨੀਆਂ ਸਲੈਬਸ ਨੇ, 5 ਸਲੈਬ ਨੇ, 0, 5, 12, 18 ਤੇ ਅਗਲਾ ਕੁਐਸਚਨ। ਸਾਥੀਓ ਇਹ ਹੁਣ ਨਿਊਜ਼ ਚੱਲਿਆ, ਹਰ ਮਹੀਨੇ ਨਾ ਇੱਕ ਡਾਟਾ ਕੱਢਦੇ ਆ ਵੀ ਕਿੰਨਾ ਰੁਪਈਆ GST ਚੋਂ ਇਕੱਠਾ ਹੋਇਆ। ਸਾਥੀਓ ਨਵਾਂ ਜਿਹੜਾ ਡਾਟਾ ਆਇਆ 1 ਜੂਨ ਤੋਂ 30 ਜੂਨ ਤੱਕ, 1 ਜੂਨ ਤੋਂ 30 ਜੂਨ ਤੱਕ ਇੱਕ ਮਹੀਨੇ ਦੇ ਵਿੱਚ 1,44,000 ਕਰੋੜ ਰੁਪਇਆ GST ਦੇ ਵਿੱਚ ਸਰਕਾਰ ਨੂੰ ਹੋਏਗਾ ਇਕੱਠਾ ਹੋਇਆ, ਜੋ ਬਹੁਤ ਹੀ ਵੱਡੀ ਜ਼ਿਆਦਾ ਅਮਾਉਂਟ। ਸੈਕਿੰਡ ਹਾਈਐਸਟ ਆ। ਇਹ ਤੋਂ ਪਹਿਲਾਂ ਇਹ ਸਾਲ ਦੇ ਅਪ੍ਰੈਲ ਮਹੀਨੇ ਦੇ ਵਿੱਚ 1,67,000 ਕਰੋੜ ਰੁਪਇਆ ਸਰਕਾਰ ਨੂੰ GST ਦੇ ਵਿੱਚ ਕੀ ਹੋਇਆ ਸੀਗਾ। ਤਾਂ ਸਭ ਤੋਂ ਜ਼ਿਆਦਾ 5 ਸਾਲਾਂ ਬਾਅਦ ਪਹਿਲੀ ਵਾਰੀ ਅਪ੍ਰੈਲ ਦੇ ਮਹੀਨੇ 1,67,000 ਕਰੋੜ ਰੁਪਏ ਇਕੱਠਾ ਹੋਇਆ ਸਰਕਾਰ ਨੂੰ ਸਿਰਫ GST ਦੇ ਵਿੱਚ, ਤੇ 1,44,000 ਕਰੋੜ ਰੁਪਏ ਇਕੱਠਾ ਹੋਇਆ ਆਮ ਮਹੀਨੇ। ਤਾਂ ਇਹ ਬਹੁਤ ਹੀ ਜ਼ਿਆਦਾ ਰੁਪਈਆ ਸਰਕਾਰ ਨੂੰ ਕੀ ਹੋ ਰਿਹਾ, ਇਕੱਠਾ ਹੋ ਰਿਹਾ, ਜੋ ਚੰਗੀ ਗੱਲ ਵੀ ਆ। ਇਹਦਾ ਮਤਲਬ ਲੋਕ ਪਹਿਲਾਂ ਟੈਕਸ ਭਰਨ ਲੱਗ ਗਏ, ਸਿਸਟਮ ਸੌਖਾ ਹੋ ਗਿਆ, ਟੈਕਸ ਤਾਂ ਪਹਿਲਾਂ ਹੀ ਭਰਦੇ ਹੋਣਗੇ ਪਰ ਪਹਿਲੀ ਕਰਪਸ਼ਨ ਹੋਣ ਲੱਗ ਜਾਂਦੀ ਹੋ। ਹੁਣ ਸਰਕਾਰ ਤੱਕ ਰੁਪਈਆ ਗਿਆ, ਸਰਕਾਰ ਤੱਕ ਰੁਪਈਆ ਗਿਆ, ਸਰਕਾਰ ਸਟੇਟਾਂ ਨੂੰ ਦੇਊਗੀ,
ਸਟੇਟਾਂ ਨੇ ਉਹ ਰੁਪਇਆ ਕਿਤੇ ਲਾਉਣਾ, ਆਪਣੀਆਂ ਸਕੀਮਾਂ ਤੇ ਲਾਉਣਾ, ਸਬਸਿਡੀਜ਼ ਤੇ ਲਾਉਣਾ ਗਾ। ਦੈਟ ਮੀਨਸ ਕਿ ਇੱਕ ਵਧੀਆ ਗੱਲ ਆ, ਜੇਕਰ ਸਰਕਾਰ ਕੋਲੇ ਰੁਪਇਆ ਜਾ ਰਿਹਾ ਤਾਂ ਸਰਕਾਰ ਉਹ ਰੁਪਇਆ ਸਾਡੇ ਤੇ ਕੀ ਕਰੂਗੀ, ਖਰਚਾ ਕਰੂਗੀ। ਤਾਂ ਸਭ ਤੋਂ ਜ਼ਿਆਦਾ ਰੁਪਇਆ 1,67,000 ਕਰੋੜ ਰੁਪਇਆ ਕਮਾਇਆ ਸੀਗਾ ਅਪ੍ਰੈਲ ਦੇ ਮਹੀਨੇ, ਪਰ ਆਹ ਮਹੀਨੇ 1,44,000 ਕਰੋੜ ਰੁਪਇਆ। ਹੁਣ ਮੈਂ ਤੁਹਾਨੂੰ ਕੁਐਸਚਨ ਪੁੱਛਦਾ ਕਿ ਮੈਨੂੰ ਇੱਕ ਪੇਪਰ ਦੇ ਕੇ ਆਇਆ, ਉਹ 'ਚ ਕੁਐਸਚਨ ਐਂ ਆਇਆ ਸੀਗਾ, ਕੀ ਕੁਐਸਚਨ ਆਇਆ ਸੀਗਾ ਕਿ ਦੱਸੋ ਐਨੂਅਲੀ GST, ਪੇਪਰ ਮੈਂ ਤਾਂ ਸੀਗਾ ਪਿਛਲੇ ਸਾਲ, GST ਦਾ ਸਾਲਾਨਾ ਕਮਾਈ ਕੀ ਹੈ, GST ਸਾਲਾਨਾ ਕਮਾਈ ਕੀ ਹੈ, ਰਫ ਜੀ ਵੇ ਦੱਸੀ ਸੀ ਉਹਨਾਂ ਨੇ। ਦੱਸੋ 10 ਤੋਂ 14 ਲੱਖ ਕਰੋੜ ਰੁਪਇਆ, 5 ਤੋਂ 6 ਲੱਖ ਕਰੋੜ ਰੁਪਇਆ, ਆਪਸ਼ਨਾਂ ਸੀਗੀਆਂ ਉਹਦੀਆਂ ਇਹ, 20 ਤੋਂ 30 ਲੱਖ ਕਰੋੜ ਰੁਪਇਆ, ਜਾਂ ਫਿਰ 40 ਤੋਂ 50 ਲੱਖ ਕਰੋੜ, ਆਪਸ਼ਨਾਂ ਦੇ ਦਿਓ। ਹੁਣ ਜਿਹੜੇ ਬੰਦੇ ਨੂੰ ਹਲਕੀ ਫੁਲਕੀ ਗੱਲ ਪਤਾ ਕਿ ਭਾਈ ਯਾਰ ਐਵਰੇਜ ਆ ਸਰਕਾਰ ਨੂੰ ਕਿੰਨਾ ਕੁ ਰੁਪਇਆ ਬਣਦਾ, ਲੱਖ ਕਰੋੜ ਰੁਪਇਆ ਬਣਦਾ, ਐਵਰੇਜ ਕਿੰਨਾ ਕੁ ਬਣਦਾ, 1 ਲੱਖ ਕਰੋੜ ਰੁਪਇਆ ਬਣਦਾ ਐਵਰੇਜ, ਤਾਂ 12 ਮਹੀਨੇ 'ਚ ਕਿੰਨਾ ਕੁ ਬਣ ਗਿਆ, 12 ਲੱਖ ਕਰੋੜ ਬਣ ਗਿਆ। ਇਹਦਾ ਮਤਲਬ 10 ਤੋਂ 15 ਦੇ ਵਿਚਾਲੇ, 14 ਦੇ ਵਿਚਾਲੇ ਕੀ ਹੋਊਗਾ। ਹੁਣ ਜਿਹਨੂੰ ਇੰਨੀ ਗੱਲ ਪਤਾ ਉਹ ਤਾਂ ਆਨਸਰ ਕੱਢਿਆ ਹੋਊਗਾ, ਨਹੀਂ ਵਾਲਾ ਕਹਿੰਦੇ ਸਵਾਲ ਬਾਈ ਬੜਾ ਔਖਾ ਪਾਇਆ ਵੀ ਕੀ ਪੁੱਛਿਆ ਵੀ GST 'ਚ ਕਿੰਨੇ ਰੁਪਏ ਕਮਾਏ ਜਾਂਦੇ, ਸਮਝ ਗੱਲ, ਸਾਨੂੰ ਕੀ ਪਤਾ ਸੀ ਕਿ ਮੈਂ ਯਾਰ ਰੱਖੀਏ ਗੱਲਾਂ ਬਾਤਾਂ ਨੂੰ, ਤਾਂ ਬੰਦੇ ਕੁਐਸਚਨ ਕਰਦੇ ਵੀ ਬੜਾ ਔਖੇ ਸਵਾਲ ਸੀ। ਇਹ ਸਵਾਲ ਔਖੇ ਨਹੀਂ, ਇਹ ਤੁਹਾਨੂੰ ਥੋੜੀ ਜੀਕੇ ਚੈੱਕ ਕਰ ਰਹੇ ਨੇ ਕਿ ਤੁਸੀਂ ਅਵੇਅਰ ਹੈਗੇ ਹੋ ਵੀ ਕੀ ਚੱਲ ਰਿਹਾ ਨਾਲ। ਤਾਂ ਜਿਹਨੂੰ ਹਲਕਾ ਜਿਹਾ ਪਤਾ ਵੀ ਲੱਖ ਕਰੋੜ ਰੁਪਇਆ ਹਰ ਮਹੀਨੇ ਕਮਾਉਂਦੇ ਨੇ, ਤਾਂ 12-13 ਲੱਖ ਕਰੋੜ ਰੁਪਇਆ ਹਰ ਸਾਲ ਸਰਕਾਰ ਨੂੰ ਆਮਦਨੀ ਕੀ ਚੋਂ ਹੁੰਦੀ ਹੈ, GST ਦੇ ਵਿੱਚੋਂ। ਸਮਝ ਗਈ ਗੱਲ ਦੀ, ਯਾਦ ਰੱਖਣੀ ਗੱਲ ਦੋਨੇ ਵੈਲਿਊ। ਆਹੋ ਕੁਐਸਚਨ ਇੰਪੋਰਟੈਂਟ ਨਹੀਂ ਪੁੱਛਣਗੇ ਸਭ ਤੋਂ ਹੈ ਜੀ, ਜੂਨ ਦੇ ਮਹੀਨੇ ਦੀ ਉੱਪਰਲੀ, ਜੂਨ ਦੇ ਮਹੀਨੇ ਦੀ, ਅਪ੍ਰੈਲ ਦੇ ਮਹੀਨੇ ਦੀ 2022 ਮੈਕਸਿਮਮ ਵੈਲਿਊ। है जी नहीं, अलग अलग होंगे पॉपूलेशन के बेस पे, ऐ नहीं फिक्स वैल्यू नहीं। साडा एक फाइनांस कमीशन बनया होया, वो जिमें पॉपूलेशन आ वो बेस पर वैल्यू करता, समझे, वो बेस पर मैं गाइड करना आइडिया, एक साल के पंजाब में 60 ਤੋਂ 70 हज़ार करोड़ रुपये मिलता साल कले पंजाब। नहीं जी, ये वाली अप्रैल, आ वैल्यू है अप्रैल की, यानी कि जून की जुलाई तो चल रहा है ना, अजे जुलाई का महीना स्टार्ट होया, पिछले महीने की वैल्यू जून के महीने की, पर डाटा हुण आया वो जुलाई च आया डाटा। अगे बढ़ो साथियों, अगली जिहड़ी न्यूज़ आ साथियों, एक काफ़ी बड़ा अवार्ड आ जिहदा नाम हैगा आयुर्वैदिक रत्न अवार्ड। आयुर्वैदिक रत्न नाम तो क्लियर है, जिन्हें आयुर्वेद के काम च, आयुर्वेद भी एक बहुत बड़ा, जिमें अपना एलोपैथी कहने ने, एलोपैथी दवाइयां जी इलाज करदियां ने, उमें आयुर्वेद भी एक मैडिसन सिस्टम आ, मैडिसन प्रणाली आ। तो पुराने समय तो भारत में आयुर्वेद चलता सीगा, समझी गल। हुण आप उल्ट हो गए, अंग्रेज आयुर्वेदिक बरतन लग गया, आप एलोपैथी करनी चले गए, समझी गल। एलोपैथी का काम सिर्फ बीमारी को दबाना, ना कि इहनूं ठीक करना। आयुर्वैदिक का काम की है, वो बीमारी नूं जड़ तो की करना, खत्म, समझ गल। तो एक अवार्ड मिलता आयुर्वैदिक रत्न। हुण पहली गल क्वेश्चन कौन हुंदा है अवार्ड, साथियों पढ़न नूं लगू भी भारत वाले दिंदे होणगे, नहीं पुत्रो, ये इंग्लैंड का अवार्ड। यूके की सरकार हर साल जिहड़े बंदे ने आयुर्वैद बहुत वधिया काम किया होगा उन्होंने की दिंदी है, आयुर्वैदिक रत्न अवार्ड दिंदी है। इस साल का 2022 का आयुर्वैदिक अवार्ड ये मिलेगा बहुत बड़े आयुर्वैदिक ने, जनुजा, शायद नाम ना सुना हो, जनुजा निसारी। जनुजा निसारी ये इंडिया के ने, तो इन्होंने आयुर्वैद से बहुत खोजा की। आयुर्वैद ना बड़े बड़े इलाज जिहड़े की आ इन्होंने किए हैं, भारत के बहुत बड़े डॉक्टर ने ये जनुजा निसारी, इन्होंने की मिलेगा आयुर्वैदिक रत्न अवार्ड। हुण क्वेश्चन आए नहीं आता कि दसो इस साल का आयुर्वैदिक रत्न अवार्ड क्यों मिले, आए नहीं आता। क्वेश्चन क्या होगा कि हाल ही में जनुजा निसारी जी का नाम काफ़ी न्यूज़ से रहा, दसो जनुजा निसारी जी कौन ने, कोई डॉक्टर ने, कोई प्लेयर ने, कोई कहना मतलब समाज सुधारक ने। सानू हल्की यार पता लग गई भी कोई बंदा है जनुजा निसारी जो वधिया काम कर रहा है आयुर्वैद के विच कर, तो की एक बहुत वधिया डॉक्टर। समझे गल, क्वेश्चन आए बनते हैं पेपर में, जिन्होंने गल पता होंगी उन्होंने पता भी भाई क्वेश्चन बनया, जिन्होंने नहीं पता लगता वो भी क्वेश्चन की आ गया भाई ये
ਬਾਹਰੋਂ ਆ ਗਿਆ, ਸਾਨੂੰ ਤਾਂ ਬਿਲਕੁਲ ਬਹੁਤ ਔਖਾ ਲੱਗਿਆ। ਚਨੂਜਾ ਨਿਸਾਰੀ। ਅੱਗੇ ਚੱਲਦੇ ਹਾਂ।